ਬੱਬਰ ਅਕਾਲੀ ਲਹਿਰ ਬਾਰੇ ਸਾਡੇ ਇਤਿਹਾਸ 'ਚ ਪਹਿਲਾਂ ਤਾਂ ਮਿਸਕਨਸੈਪਸ਼ਨਸ ਪਾਈਆਂ ਗਈਆਂ ਜੀ, ਫਿਰ ਉਹਨੂੰ ਇਤਿਹਾਸ 'ਚੋਂ ਬਾਹਰ ਹੀ ਕੱਢ ਦਿੱਤਾ। ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ ਉਹ ਸਟੇਟਾਂ ਨੂੰ ਇੱਕ ਤਰ੍ਹਾਂ ਨਾਲ ਮਾਰ ਰਹੀ ਹੈ। ਬਹੁਤ ਥਾਂ ਤੇ ਮੈਂ ਕਈ ਵਾਰੀ ਪੜ੍ਹਦਾ ਬੱਬਰ ਅਕਾਲੀਆਂ ਨੂੰ ਨੈਸ਼ਨਲੀ ਅੱਤਵਾਦੀ ਜਾਂ ਮਿਲੀਟੈਂਟ ਗਰੁੱਪਸ ਲਿਖ ਕੇ ਪ੍ਰੈਜ਼ੈਂਟ ਕੀਤਾ ਜਾਂਦਾ। ਜਿਹੜੇ ਨਾਨ ਗਾਂਧੀਅਨ ਥਿਊਰੀ ਜਾਂ ਨਾਨ ਕਾਂਗਰਸ ਥਿਊਰੀ ਦੇ ਚੱਲੇ ਤਕਰੀਬਨ ਜਿਨ੍ਹਾਂ ਨੇ ਹਥਿਆਰ ਚੁੱਕਿਆ, ਫਿਰ ਬੱਬਰ ਅਕਾਲੀ ਅੱਤਵਾਦੀ ਕਿਵੇਂ ਹੋ ਗਏ? ਲੜੇ ਤਾਂ ਉਹ ਵੀ ਅੰਗਰੇਜ਼ਾਂ ਦੇ ਖਿਲਾਫ ਹੀ ਸੀਗੇ। ਸੈਨੇਟ ਦੀ ਇਸ ਵਾਰੀ ਮੀਟਿੰਗ ਬੈਠੀ ਸੀ ਕਿ ਸ਼ਾਇਦ ਪੰਜਾਬੀ ਉਹ ਕੰਪਲਸਰੀ ਸਬਜੈਕਟ ਤੋਂ ਬਾਹਰ ਕੱਢ ਕੇ ਤੇ ਉਹ ਜ਼ਰੂਰੀ ਨਹੀਂ ਹੈ ਕਿ ਪੰਜਾਬੀ ਪੜ੍ਹਾਈ ਜਾਵੇ। ਜਿਵੇਂ ਗਾਂਧੀ ਨੂੰ ਪੜ੍ਹਾਇਆ ਗਿਆ ਪਿਛਲੇ 70 ਸਾਲਾਂ 'ਚ, ਭਾਰਤ ਦੇ ਬਾਕੀ ਨਾਇਕਾਂ ਨੂੰ ਕਦੇ ਥਾਂ ਹੀ ਨਹੀਂ ਮਿਲਦੀ। ਹੁਣ ਬੀਜੇਪੀ ਨੇ ਆ ਕੇ ਬਰਾਬਰ ਤੇ ਨਥੂਰਾਮ ਗੋਡਸੇ ਨੂੰ ਨਾਇਕ ਬਣਾ ਲਿਆ। ਅਸੀਂ ਨਹਿਰੂ ਨੂੰ ਸੈਲੀਬ੍ਰੇਟ ਕਰਦੇ ਹਾਂ ਅੱਜ ਵੀ ਜੀ। ਚਾਚਾ ਨਹਿਰੂ ਜਿੰਦਾਬਾਦ ਲਾ ਕੇ ਸੀ ਤਾਂ ਉਹ ਪ੍ਰਾਈਮ ਮਿਨਿਸਟਰ ਜੀ। ਜੇ ਬੀਜੇਪੀ ਰੱਖਦੇ ਕਿ ਜੀ ਫਲਾਨੀ ਤਰੀਕ ਮੋਦੀ ਜੀ ਦਾ ਜਨਮ ਦਿਨ ਹੈ, ਉਸ ਦਿਨ ਜਿਵੇਂ ਕੋਈ ਚਿਲਡਰਨ ਡੇ ਹੈ ਤਾਂ ਉਸ ਦਿਨ ਮੋਦੀ ਦਿਵਸ ਹੈ। ਉਹ ਚਾਚਾ ਨਹਿਰੂ ਸੀ ਜੀ, ਇਹ ਤਾਇਆ ਮੋਦੀ ਹੈ ਜੀ। ਇਹ ਕਿੱਥੇ ਬਰਦਾਸ਼ਤ ਹੋਊਗਾ? ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਨਹਿਰੂ ਕਰਦਾ ਜੀ। ਨਹਿਰੂ ਪੰਜਾਬ ਦਾ ਉਹ ਨੁਕਸਾਨ ਕਰਕੇ ਗਿਆ ਜਿਹਦੀ ਭਰਪਾਈ ਹੁਣ ਤੱਕ ਜਿੰਨੇ ਇਸ਼ੂਜ਼ ਦੇ ਉੱਤੇ ਅਸੀਂ ਅੱਜ ਲੜ ਰਹੇ ਹਾਂ ਜੀ, ਉਹ ਸਾਨੂੰ ਸਾਰੇ ਨਹਿਰੂ ਦੀ ਦੇਣ। ਬੀਜੇਪੀ ਨੇ ਆ ਕੇ ਤੁਸੀਂ ਦੇਖੋ ਕਿ ਸਰਦਾਰ ਪਟੇਲ ਕਾਂਗਰਸਮੈਨ ਹੁੰਦੇ ਹੋਏ ਬੀਜੇਪੀ ਨੇ ਆਪਦੇ ਮੁਤਾਬਕ ਸਰਦਾਰ ਪਟੇਲ ਨੂੰ ਵੱਡਾ ਕਰ ਲਿਆ। ਜਿਸ ਸਾਵਰਕਰ ਨੇ ਮਾਫੀ ਮੰਗ ਲਈ ਸੀ ਅੰਗਰੇਜ਼ਾਂ ਤੋਂ, ਉਸ ਸਾਵਰਕਰ ਨੂੰ ਅੱਜ ਬੀਜੇਪੀ ਨਾਇਕ ਬਣਾ ਕੇ ਪੇਸ਼ ਕਰਦੀ ਹੈ। ਹਾਲਾਂਕਿ ਹੁਣ ਪ੍ਰਧਾਨ ਮੰਤਰੀ ਵੀ ਭਗਤ ਸਿੰਘ ਬਾਰੇ ਚੰਗਾ ਬੋਲੇ, ਪਰ ਭਗਤ ਸਿੰਘ ਦਾ ਬੁੱਤ ਤੱਕ ਪਾਰਲੀਮੈਂਟ 'ਚ ਲੱਗਣ ਤੇ ਵਿਰੋਧ ਹੋ ਗਏ ਸੀਗੇ ਕਿ ਬੁੱਤ ਲਾਉਣਾ ਕਿ ਨਹੀਂ ਲਾਉਣਾ, ਫਿਰ ਟੋਪੀ ਵਾਲਾ ਲਾਉਣਾ ਕਿ ਪੱਗ ਵਾਲਾ ਲਾਉਣਾ ਹੈ। ਔਰ ਪੰਜਾਬ ਆਪਦੇ ਨਾਇਕ ਆਪ ਤੈਅ ਕਰੇ, ਅਸੀਂ ਆਪਦੇ ਯੂਥ ਨੂੰ ਕੀ ਪੜ੍ਹਾਉਣਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ 에ਅਰ ਪੋਡਕਾਸਟ। ਮੈਂ ਹਾਂ ਜਗਪ੍ਰੀਤ ਤੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਸਿਮਰਨਜੋਤ ਸਿੰਘ ਮੱਕੜ। ਮੱਕੜ ਸਾਹਿਬ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜਗਪ੍ਰੀਤ ਜੀ। ਮੱਕੜ ਸਾਹਿਬ, ਕਰਨਾਟਕਾ ਗਵਰਨਮੈਂਟ ਨੇ ਆਪਣੀ ਐਜੂਕੇਸ਼ਨ ਪਾਲਿਸੀ 'ਚ ਕੁਝ ਚੇਂਜਸ ਕੀਤੀਆਂ ਨੇ, ਉਹ ਕੀ ਨੇ? ਜਗਪ੍ਰੀਤ ਜੀ, ਪਿਛਲੀ ਸਰਕਾਰ ਸੀ ਜਿਹੜੀ ਬੀਜੇਪੀ ਦੀ, ਪਹਿਲਾਂ ਤਾਂ ਤੁਹਾਡੇ ਯਾਦ ਹੋਣਾ ਵੀ ਸਰਕਾਰ ਤਾਂ ਉਦੋਂ ਕਾਂਗਰਸ ਨੇ ਬਣਾਈ ਸੀ, ਫਿਰ ਬੀਜੇਪੀ ਨੇ, ਜਿਸ ਕਰਕੇ ਬੀਜੇਪੀ ਜਾਣੀ ਜਾਂਦੀ ਹੈ, ਪਿਛਲੀ ਸਰਕਾਰ ਵੇਲੇ ਉਹ ਜੋੜ ਤੋੜ ਕੀਤੇ ਤੇ ਸਰਕਾਰ ਆ ਜਾਂਦੀ ਹੈ। ਉੱਥੋਂ ਦੇ ਪਾਠਕ੍ਰਮ ਜਿਹੜਾ ਸੀਗਾ ਨਾ, ਜਿਹੜਾ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜੋ ਲੈਸਨਸ ਪੜ੍ਹਾਏ ਜਾਂਦੇ ਆ ਜੀ, ਉਹਦੇ 'ਚ RSS ਦੇ ਜਿਹੜੇ ਪ੍ਰਮੁੱਖ ਸੀਗੇ ਤੇ ਜਿਨ੍ਹਾਂ ਨੇ RSS ਸ਼ੁਰੂ ਕੀਤੀ, ਹੈਡਗੇਵਰ ਜੀ, ਉਹਨਾਂ ਦੇ ਸੰਬੰਧਿਤ ਕੁਛ ਇੱਕ ਲੈਸਨਸ ਜਿਹੜੇ ਹੈ ਉਹ ਐਡ ਕਰਤੇ ਸੀ ਬੱਚਿਆਂ ਦੇ ਜਿਹੜੇ ਸਬਜੈਕਟਸ ਦੇ ਵਿੱਚ, ਲੈਸਨਸ ਦੇ ਵਿੱਚ ਜੀ। ਹੁਣ ਪਿਛਲੇ ਘੱਟੋ ਘੱਟ 3.5-4 ਸਾਲ ਕਿਉਂਕਿ ਉਹ ਐਡ ਹੋਇਆ ਤਾਂ ਬੱਚੇ RSS ਮੁਖੀ ਤੇ RSS ਨੂੰ ਪੜ੍ਹਦੇ ਰਹੇ, ਸ਼ੁਰੂ ਕਰਨ ਵਾਲੇ ਉਹ ਪੜ੍ਹਦੇ ਰਹੇ ਜੀ। ਹੁਣ ਇਹ RSS ਨੂੰ ਪੜ੍ਹਨਾ ਕੋਈ ਇੰਡੀਅਨ ਹਿਸਟਰੀ ਦੇ ਵਿੱਚ ਕੋਈ ਐਸਾ ਮਾਰਕਾ ਤਾਂ ਨਹੀਂ ਸੀਗਾ ਕਿ ਉਹ ਜ਼ਰੂਰੀ ਹੋਵੇ ਜੀ। ਜੇ ਅਸੀਂ ਹਿਸਟਰੀ ਦੇ ਵਿੱਚ ਮਿਡੀਵਲ ਹਿਸਟਰੀ ਪੜ੍ਹੀ ਹੈ, ਫਿਰ ਮਾਡਰਨ ਹਿਸਟਰੀ ਵੀ ਅਸੀਂ ਪੜ੍ਹਦੇ ਹਾਂ, ਅਸੀਂ ਐਂਸ਼ੀਅੰਟ ਹਿਸਟਰੀ ਪੜ੍ਹੀ ਹੈ ਨਾ, ਹਿਸਟਰੀ ਐਂ ਪੜ੍ਹਾਈ ਜਾਂਦੀ ਹੈ ਜੀ। ਐਂਸ਼ੀਅੰਟ ਹਿਸਟਰੀ, ਫਿਰ ਮਿਡੀਵਲ ਏਜ ਦੀ ਹਿਸਟਰੀ ਤੇ ਮਾਡਰਨ ਹਿਸਟਰੀ 'ਚ ਆਪਾਂ ਅੰਗਰੇਜ਼ ਆਉਂਦੇ ਆ ਜਦੋਂ, ਆਪਾਂ ਇਹ ਸਾਰਾ ਕੁਝ ਪੜ੍ਹਦੇ ਰਹੇ ਹਾਂ। ਤੇ RSS 1920-25 ਦੇ ਦਰਮਿਆਨ ਜਿਹੜੀ ਸ਼ੁਰੂ ਕੀਤੀ ਜਾਂਦੀ ਹੈ। RSS ਦਾ ਜਿਹੜਾ ਇੱਕ ਧਰਮ ਨੂੰ ਲੈ ਕੇ ਉਹਨਾਂ ਦਾ ਆਪਣਾ ਜਿਹੜਾ ਟੀਚਾ ਸੀਗਾ, ਹਾਲਾਂਕਿ ਉਹ ਕਲੇਮ ਇਹ ਕਰਦੇ ਕਿ ਅਸੀਂ ਰਾਸ਼ਟਰ ਦੇ ਲਈ ਕੰਮ ਕਰਦੇ ਹਾਂ ਜੀ। ਉਹ ਕਦੇ ਵੀ ਇਹ ਕਲੇਮ ਨਹੀਂ ਕਰਦੇ ਅਸੀਂ ਧਰਮ ਲਈ ਕੰਮ ਕਰ ਰਹੇ ਹਾਂ, ਉਹ ਕਹਿੰਦੇ ਅਸੀਂ ਰਾਸ਼ਟਰ ਲਈ ਕੰਮ ਕਰਦੇ ਹਾਂ। ਤੇ ਉਹ ਹੈਡਗੇਵਰ ਦਾ ਜਿਹੜਾ ਉਹ ਪੜ੍ਹਾਇਆ ਜਾਂਦਾ ਸੀ। ਹੁਣ ਜਦੋਂ ਤੁਹਾਨੂੰ ਪਤਾ ਇਲੈਕਸ਼ਨਸ ਹੋਏ, ਬੜੀ ਟੱਕਰ ਮੰਨੀ ਜਾ ਰਹੀ ਸੀ ਕਿ ਬੀਜੇਪੀ ਤੇ ਕਾਂਗਰਸ ਦੀ ਹੋਊਗੀ, ਪਰ ਕਾਂਗਰਸ ਸਰਕਾਰ ਬਣਾ ਜਾਂਦੀ ਹੈ ਤੇ ਸਿੱਧਾਰਮਈਆ ਮੁੱਖ ਮੰਤਰੀ ਬਣਦੇ ਨੇ ਕਰਨਾਟਕਾ ਦੇ ਜੀ। ਇਹ ਐਕਸਪੈਕਟਡ ਸੀਗਾ ਕਿ ਪਿਛਲੀਆਂ ਬਹੁਤ ਸਾਰੀਆਂ ਚੀਜ਼ਾਂ ਦੀਆਂ ਚੇਂਜਸ ਜਿਹੜੀਆਂ ਆ ਕੇ ਸਰਕਾਰ ਕਰੂਗੀ, ਪਰ ਸਭ ਤੋਂ ਵੱਡੀ ਚੇਂਜ ਜਿਹੜੀ ਆਉਂਦੇ ਹੀ ਐਜੂਕੇਸ਼ਨ ਮਿਨਿਸਟਰ ਨੇ ਇਹ ਗੱਲ ਕਹੀ ਕਿ ਅਸੀਂ ਉਹ ਲੈਸਨਸ ਜਿਹੜੇ ਆ ਬੰਦ ਕਰ ਰਹੇ ਹਾਂ ਜੀ। ਬੱਚੇ ਹੁਣ RSS ਦੇ ਬਾਰੇ, RSS ਦੇ ਜਿਹੜੇ ਹੈਡਗੇਵਰ ਸੀਗੇ
ਉਹਨਾਂ ਬਾਰੇ ਉਹਨਾਂ ਦੇ ਲੈਸਨਸ ਨਹੀਂ ਪੜ੍ਹਨਗੇ। ਇਹ ਜ਼ਰੂਰੀ ਨਹੀਂ ਹੈ ਪੜ੍ਹਨਾ ਕਿ ਉਹਨਾਂ ਨੂੰ ਪੜ੍ਹਿਆ ਜਾਵੇ। ਇਸ ਗੱਲ ਦਾ ਵਿਰੋਧ ਕੁਝ ਸਥਾਨਕ ਬੀਜੇਪੀ ਆਗੂਆਂ ਨੇ ਕਰਨਾਟਕਾ ਦੇ ਵਿੱਚ ਕੀਤਾ ਕਿ ਇਹ ਗਲਤ ਹੈ ਤੇ ਤੁਸੀਂ ਇਹ ਬੰਦ ਨਾ ਕਰੋ। ਇਸ 'ਚ ਕੋਈ ਦੋ ਰਾਏ ਨਹੀਂ ਕਿ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ ਉਹ ਸਟੇਟਾਂ ਨੂੰ ਇੱਕ ਤਰ੍ਹਾਂ ਨਾਲ ਮਾਰ ਰਹੀ ਹੈ। ਹਰੇਕ ਸਟੇਟ ਆਪਦਾ ਇਤਿਹਾਸ ਪੜ੍ਹਾਉਣਾ ਚਾਹੁੰਦੀ ਹੁੰਦੀ ਹੈ, ਜਦ ਕਿ ਉਹ ਉੱਥੇ ਆ ਕੇ, ਜਿਵੇਂ ਹੁਣ ਜਦੋਂ ਤੁਸੀਂ ਯੂਨੀਵਰਸਿਟੀ ਪੜ੍ਹੇ ਹੋ ਜਾਂ ਕਾਲਜ ਪੜ੍ਹੇ ਹੋ ਤੇ ਉਹਦੇ 'ਚ ਆਪਾਂ ਨੂੰ ਪੰਜਾਬੀ ਦਾ ਪੇਪਰ ਲਾਜ਼ਮੀ ਹੁੰਦਾ ਸੀਗਾ। ਜਿਹੜੇ ਬੱਚੇ ਪੰਜਾਬੀ ਦਾ ਪੇਪਰ ਲਾਜ਼ਮੀ ਨਹੀਂ ਦੇ ਸਕਦੇ ਉਹਨਾਂ ਨੂੰ ਹਿਸਟਰੀ ਐਂਡ ਕਲਚਰ ਆਫ ਪੰਜਾਬ ਮੈਂਡੇਟਰੀ ਉਹਦਾ ਪੇਪਰ ਦੇਣਾ ਪੈਂਦਾ ਸੀ, ਨਹੀਂ ਤਾਂ 3 ਸਾਲਾਂ 'ਚ ਇੱਕ ਵਾਰੀ ਉਹ ਦੇਣਾ ਹੀ ਪੈਂਦਾ ਸੀ। ਆਪਾਂ ਸਾਰੇ ਤਕਰੀਬਨ ਫਸਟ ਈਅਰ ਦੇ ਵਿੱਚ ਉਹਨੂੰ ਆਪਟ ਕਰ ਲੈਂਦੇ ਆ ਤੇ ਉਹ ਆਪਾਂ ਦੇ ਦਿੰਦੇ ਆ। ਹੁਣ ਰੌਲਾ ਕੀ ਪਿਆ ਪੰਜਾਬ ਦੇ ਵਿੱਚ ਕਿ ਉਹ ਕਹਿੰਦੇ ਕਿ ਜਦੋਂ ਸੈਨੇਟ ਦੀ ਇਸ ਵਾਰੀ ਮੀਟਿੰਗ ਬੈਠੀ ਸੀ ਕਿ ਸ਼ਾਇਦ ਪੰਜਾਬੀ ਉਹ ਕੰਪਲਸਰੀ ਸਬਜੈਕਟ ਤੋਂ ਬਾਹਰ ਕੱਢ ਕੇ ਤੇ ਉਹ ਜ਼ਰੂਰੀ ਨਹੀਂ ਹੈ ਕਿ ਪੰਜਾਬੀ ਪੜ੍ਹਾਈ ਜਾਵੇ ਜੀ। ਇਹ ਪ੍ਰੋਬਲਮ ਰਹੀ ਹੈ। ਦਰਅਸਲ ਭਾਰਤ ਜਿਹੜਾ ਉਹ ਅਲੱਗ-ਅਲੱਗ ਸੂਬਿਆਂ ਦਾ ਗੁਲਦਸਤਾ ਬਣਿਆ ਹੋਇਆ। ਕਰਨਾਟਕਾ ਦੇ ਲੋਕ ਟੀਪੂ ਸੁਲਤਾਨ ਬਾਰੇ ਪੜ੍ਹਨਾ ਚਾਹੁੰਦੇ ਆ ਕਿ ਨਹੀਂ ਪੜ੍ਹਨਾ ਚਾਹੁੰਦੇ, ਜਾਂ ਪੰਜਾਬ ਦੇ ਲੋਕ ਮੁਗਲ ਰਾਜ ਬਾਰੇ ਪੜ੍ਹਨਾ ਚਾਹੁੰਦੇ, ਉਹ ਉਹਨਾਂ ਦੀ ਐਜੂਕੇਸ਼ਨ ਪਾਲਿਸੀ ਉਹ ਤੈਅ ਕਰਨ। ਇਹ ਅਧਿਕਾਰ ਸੈਂਟਰ ਖੋ ਕੇ, ਇਹ ਵੈਸੇ ਤਾਂ ਸਟੇਟ ਸਬਜੈਕਟ ਸੀ ਐਜੂਕੇਸ਼ਨ, ਸੈਂਟਰ ਨੇ ਤਰੀਕੇ ਨਾਲ ਇਹਨੂੰ ਜਿਹੜਾ ਉਹ ਨੈਸ਼ਨਲ ਸਬਜੈਕਟ ਬਣਾ ਲਿਆ। ਤਾਂ ਮੈਨੂੰ ਲੱਗਦਾ ਹੈ ਕਿ ਇਹ ਇੱਕ ਖਬਰ ਹੈ, ਲੇਕਿਨ ਇਹ ਖਬਰ ਇਸ ਕਰਕੇ ਜ਼ਰੂਰੀ ਹੈ ਕਿ ਘੱਟੋ ਘੱਟ ਜਦੋਂ ਓਪੋਜੀਸ਼ਨ ਕਿਤੇ ਵੀ ਸਟਰੋਂਗ ਹੋ ਰਹੀ ਹੈ ਦੇਸ਼ ਦੇ ਵਿੱਚ, ਉਹ ਬੀਜੇਪੀ ਵੱਲੋਂ ਲਏ ਜਾ ਰਹੇ ਇੱਕ ਤਰਫਾ ਫੈਸਲਿਆਂ ਨੂੰ ਕੱਟਣ ਦੀ ਸਮਰੱਥਾ ਰੱਖਦੀ ਹੈ ਜੀ। ਇਹ ਬਹੁਤ ਖੂਬਸੂਰਤ ਗੱਲ ਹੈ। ਹੁਣ ਇੱਥੇ ਇਹ ਜ਼ਰੂਰੀ ਨਹੀਂ ਹੈ ਕਿ ਹੈਡਗੇਵਰ ਬਾਰੇ ਪੜ੍ਹਨਾ ਚਾਹੀਦਾ ਜਾਂ ਨਹੀਂ ਪੜ੍ਹਨਾ ਚਾਹੀਦਾ। ਜੇ ਕੋਈ ਮੈਨੂੰ ਇਹ ਗੱਲ ਪੁੱਛੇ ਵੀ ਪੜ੍ਹਨਾ ਚਾਹੀਦਾ ਕਿ ਨਹੀਂ ਪੜ੍ਹਨਾ ਚਾਹੀਦਾ, ਤਾਂ ਮੈਂ ਇਹ ਸੋਚੂੰਗਾ ਕਿ ਲਾਜ਼ਮੀ ਤਾਂ ਨਹੀਂ ਹੋਣਾ ਚਾਹੀਦਾ ਜੀ, ਪਰ ਸਾਨੂੰ ਪਤਾ ਜ਼ਰੂਰ ਹੋਣਾ ਚਾਹੀਦਾ ਵੀ ਹੈਡਗੇਵਰ ਕੌਣ ਸੀਗਾ ਜੀ। ਉਹ ਇੱਕ ਵੱਖਰੀ ਗੱਲ ਹੈ। ਇੱਕ ਪਾਸੇ ਬੱਚਿਆਂ ਦੇ ਪਾਠਕ੍ਰਮ ਦੇ ਵਿੱਚ, ਉਹਦੇ ਲੈਸਨ ਦੇ ਵਿੱਚ ਆਪਦੇ ਤਰੀਕੇ ਨਾਲ ਹੈਡਗੇਵਰ ਪਾ ਦੇਣਾ ਜਾਂ ਉਹਦੀਆਂ ਕੋਈ ਵਡਿਆਈਆਂ ਪਾ ਦੇਣੀਆਂ ਕਿ ਪੂਰੇ ਦਾ ਪੂਰੀ ਨਸਲ ਜਿਹੜੀ ਹੈ ਉਹਨੂੰ ਪੜ੍ਹ ਕੇ ਵੱਡੀ ਹੋਵੇ। ਬੱਚਿਆਂ ਦੇ ਦਿਮਾਗ 'ਚ ਪਾਣਾ ਸ਼ੁਰੂ ਕਰ ਦਿੱਤਾ ਛੋਟੇ ਹੁੰਦੇ। ਐਬਸੋਲੂਟਲੀ, ਉਹ ਪੂਰੀ ਦੀ ਪੂਰੀ ਨਸਲ ਉਹਨੂੰ ਪੜ੍ਹ ਕੇ ਵੱਡੀ ਹੋਵੇ। ਇਹ ਘਾਤਕ ਸੀਗਾ। ਇਹ ਬਹੁਤ 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 ਵੱਡਾ, ਜਿਵੇਂ ਇੱਕ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਬੱਬਰ ਅਕਾਲੀ ਲਹਿਰ ਬਾਰੇ ਸਾਡੇ ਇਤਿਹਾਸ 'ਚ ਪਹਿਲਾਂ ਤਾਂ ਮਿਸਕਨਸੈਪਸ਼ਨਸ ਪਾਈਆਂ ਗਈਆਂ ਜੀ, ਫਿਰ ਉਹਨੂੰ ਇਤਿਹਾਸ 'ਚੋਂ ਬਾਹਰ ਹੀ ਕੱਢ ਦਿੱਤਾ ਗਿਆ ਜੀ। ਤੁਸੀਂ ਯਾਦ ਕਰੋ, ਸਕੂਲ 'ਚ ਤੁਸੀਂ ਬੱਬਰ ਅਕਾਲੀ ਲਹਿਰ ਨਹੀਂ ਪੜ੍ਹੀ ਹੋਣੀ। ਨਹੀਂ ਪੜ੍ਹੀ। 1990-92 ਤੱਕ ਮੇਰੇ ਖਿਆਲ ਸੀਗਾ, 92-93 ਤੱਕ ਵੀ ਬੱਬਰ ਅਕਾਲੀ ਲਹਿਰ ਬਾਰੇ, ਜਦੋਂ ਗੁਰਦੁਆਰਾ ਸੁਧਾਰ ਲਹਿਰ ਹੁੰਦੀ ਹੈ 1922-23 ਦੇ ਨੇੜੇ ਜਾ ਕੇ, ਕਿਵੇਂ ਬੱਬਰ ਅਕਾਲੀ ਜਿਹੜੇ ਸੀਗੇ ਉਹ ਖਾਸ ਤੌਰ ਤੇ ਨਨਕਾਣਾ ਸਾਹਿਬ ਦੀ ਜਿਹੜੀ ਘਟਨਾ ਸੀਗੀ, ਜਿਹੜੇ ਜਾਂ ਹੋਰ ਥਾਂ ਤੇ ਤਰਨਤਾਰਨ ਸਾਹਿਬ ਇੱਕ ਘਟਨਾ ਵਾਪਰਦੀ ਹੈ ਜਿੱਥੇ ਮਹੰਤਾਂ ਨੇ ਬਹੁਤ ਸਾਰੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਉਹ ਫਿਰ ਬਾਅਦ ਦੇ ਵਿੱਚ ਵਾਇਲੈਂਟ ਜਿਹੜੀ ਹੋ ਜਾਂਦੀ ਹੈ। ਉਹ ਹੁਣ ਉਹਨੂੰ ਬਹੁਤ ਥਾਂ ਤੇ ਮੈਂ ਕਈ ਵਾਰੀ ਪੜ੍ਹਦਾ, ਬੱਬਰ ਅਕਾਲੀਆਂ ਨੂੰ ਨੈਸ਼ਨਲੀ ਅੱਤਵਾਦੀ ਜਾਂ ਮਿਲੀਟੈਂਟ ਗਰੁੱਪਸ ਲਿਖ ਕੇ ਪ੍ਰੈਜ਼ੈਂਟ ਕੀਤਾ ਜਾਂਦਾ। ਹਾਲਾਂਕਿ ਫਰਕ ਹੈ, ਮਿਲੀਟੈਂਟ ਔਰ ਟੈਰਰਿਸਟ ਦੇ ਵਿੱਚ ਡਿਫਰੈਂਸ ਹੈ ਜੀ। ਲੇਕਿਨ ਮੈਂ ਇਹ ਸਮਝਦਾ ਕਿ ਉਹ ਅੰਗਰੇਜ਼ਾਂ ਖਿਲਾਫ ਵੀ ਲੜੇ ਜੀ, ਲੜੇ ਹੀ ਅੰਗਰੇਜ਼ਾਂ ਖਿਲਾਫ ਉਹ, ਹਨਾ ਜੀ। ਅੰਗਰੇਜ਼ਾਂ ਦੀ ਉਹਨਾਂ ਨੇ ਇੰਨੀ ਮੰਨੀ, ਤੇ ਜੇ ਅਸੀਂ ਦੇਸ਼ ਦੇ ਬਾਕੀ ਜਿੰਨੇ ਲੋਕ ਹਥਿਆਰ ਚੁੱਕ ਕੇ ਅੰਗਰੇਜ਼ਾਂ ਖਿਲਾਫ ਲੜੇ, ਉਹਨਾਂ ਨੂੰ ਅਸੀਂ ਮੁਲਕ ਦੇ ਨਾਇਕ, ਸ਼ਹੀਦ, ਸੁਤੰਤਰਤਾ ਸੈਨਾਨੀ ਤੇ ਅਸੀਂ ਆਪਦੇ ਰੈਵੋਲੂਸ਼ਨਰੀ ਮੰਨਦੇ, ਚਾਹੇ ਉਹਨਾਂ 'ਚ ਭਗਤ ਸਿੰਘ ਦਾ ਨਾਮ ਆਉਂਦਾ, ਚਾਹੇ ਉਹਦੇ 'ਚ ਕਰਤਾਰ ਸਿੰਘ ਸਰਾਭਾ ਵੱਡਾ, ਸ਼ਹੀਦ ਊਧਮ ਸਿੰਘ ਨੇ ਵੀ ਹਥਿਆਰ ਚੁੱਕਿਆ, ਉਹਨਾਂ ਨੂੰ ਸ਼ਹੀਦ ਕਹਿੰਦੇ ਆ। ਦੇਸ਼ ਦੇ ਹੋਰ ਬਹੁਤ ਸਾਰੇ, ਚੰਦਰ ਸ਼ੇਖਰ ਆਜ਼ਾਦ ਦਾ ਨਾਮ ਉਹਨਾਂ ਦੇ ਵਿੱਚ ਆਉਂਦਾ, ਲਾਲਾ ਲਾਜਪਤ ਰਾਏ ਇਹਨਾਂ ਦੇ ਨਾਲ ਆ ਕੇ ਸਾਥ ਦਿੰਦੇ ਇਹਨਾਂ ਦਾ, ਜਿਹੜੇ ਨਾਨ ਗਾਂਧੀਅਨ ਥਿਊਰੀ ਜਾਂ ਨਾਨ ਕਾਂਗਰਸ ਥਿਊਰੀ ਤੇ ਚੱਲੇ ਤਕਰੀਬਨ, ਜਿਨ੍ਹਾਂ ਨੇ ਹਥਿਆਰ ਚੁੱਕਿਆ। ਫਿਰ ਬੱਬਰ ਅਕਾਲੀ ਅੱਤਵਾਦੀ ਕਿਵੇਂ ਹੋ ਗਏ? ਲੜੇ ਤਾਂ ਉਹ ਵੀ ਅੰਗਰੇਜ਼ਾਂ ਦੇ ਖਿਲਾਫ ਹੀ ਸੀਗੇ। ਤਾਂ ਇਹ ਬੜੇ ਤਰੀਕੇ ਨਾਲ ਤੁਹਾਡੇ ਇਤਿਹਾਸ ਨੂੰ ਤੋੜ ਕੇ, ਮਰੋੜ ਕੇ ਔਰ ਤੁਹਾਡੇ ਜ਼ਿਹਨ ਦੇ ਵਿੱਚ ਪਾਇਆ ਜਾਂਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਜਿਹੜੀਆਂ ਹੁਣ ਇਹ ਲਾਜ਼ਮੀ ਨਹੀਂ ਹੈ ਕਿ ਹੈਡਗੇਵਰ ਬਾਰੇ ਉਹ ਬੱਚੇ ਪੜ੍ਹਨ, ਇਹ ਲਾਜ਼ਮੀ ਬਿਲਕੁਲ ਨਹੀਂ। ਨਾ ਹੀ RSS ਦਾ ਕੋਈ ਬਹੁਤਾ ਵੱਡਾ ਇਤਿਹਾਸ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਰਿਹਾ,
ਨਾ ਹੀ ਆਰਐਸਐਸ ਦਾ ਇਤਿਹਾਸ ਕੋਈ ਭਾਰਤ ਦੀ ਆਜ਼ਾਦੀ ਤੋਂ ਬਾਅਦ ਕੋਈ ਐਸਾ ਪ੍ਰਮੁੱਖ ਰਿਹਾ। ਇਹ ਤਾਂ ਜਿਹੜੇ ਆਰਐਸਐਸ ਨੂੰ ਫੋਲੋ ਕਰਦੇ ਉਹ ਮੰਨਦੇ ਆ, ਉਹਨਾਂ ਦਾ ਮੰਨਣਾ ਉਹ ਬੈਠ ਕੇ ਘਰੇ ਬੈਠ ਕੇ ਭਾਵੇਂ ਮੰਨੀ ਜਾਣ ਜੀ। ਸੋ ਮੈਨੂੰ ਲੱਗਦਾ ਕਿ ਸੰਘ ਆਪਦਾ ਕੀ ਅਚੀਵ ਕਰ ਰਹੇ ਡਿਫਰੈਂਟ ਗੱਲ ਹੈ। ਬੀਜੇਪੀ ਉਹਨੂੰ, ਕਿਉਂਕਿ ਬੀਜੇਪੀ ਉਹਨਾਂ ਦਾ ਹੀ ਪੋਲੀਟੀਕਲ ਵਿੰਗ ਹੈ, ਉਹ ਉਹਨੂੰ ਪ੍ਰਮੋਟ ਕਰੂਗੀ, ਕਰਨਗੇ ਭਾਈ ਉਹ ਤਾਂ ਜੀ। ਲੇਕਿਨ ਇਹ ਹੈ ਕਿ ਇੱਥੋਂ ਓਪੋਜੀਸ਼ਨ ਕਿੰਨੀ ਸਟਰੋਂਗ ਹੋ ਕੇ ਨਿੱਤਰਦੀ ਹੈ, ਔਰ ਉਹ ਉਸ ਪਾਲਿਸੀ ਨੂੰ, ਕਾਂਗਰਸ ਨੇ ਵੀ, ਇਹ ਨਹੀਂ ਹੈ ਕਿ ਕਾਂਗਰਸ ਨੇ ਗੜਬੜੀਆਂ ਨਹੀਂ ਕੀਤੀਆਂ ਐਜੂਕੇਸ਼ਨ ਸਿਸਟਮ ਦੇ ਵਿੱਚ। ਤੁਸੀਂ ਦੇਖੋ ਕਿ ਜਿਵੇਂ ਗਾਂਧੀ ਨੂੰ ਪੜ੍ਹਾਇਆ ਗਿਆ ਪਿਛਲੇ 70 ਸਾਲਾਂ 'ਚ, ਭਾਰਤ ਦੇ ਬਾਕੀ ਨਾਇਕਾਂ ਨੂੰ ਕਦੇ ਥਾਂ ਹੀ ਨਹੀਂ ਮਿਲਦੀ ਉਵੇਂ। ਹੁਣ ਬੀਜੇਪੀ ਨੇ ਆ ਕੇ ਬਰਾਬਰ ਤੇ ਨਥੂਰਾਮ ਗੋਡਸੇ ਨੂੰ ਨਾਇਕ ਬਣਾ ਲਿਆ ਜੀ। ਬੀਜੇਪੀ ਨੇ ਆ ਕੇ ਤੁਸੀਂ ਦੇਖੋ ਕਿ ਸਰਦਾਰ ਪਟੇਲ ਕਾਂਗਰਸਮੈਨ ਹੁੰਦੇ ਹੋਏ ਬੀਜੇਪੀ ਨੇ ਆਪਦੇ ਮੁਤਾਬਕ ਸਰਦਾਰ ਪਟੇਲ ਨੂੰ ਵੱਡਾ ਕਰ ਲਿਆ ਜੀ, ਹੈਨਾ। ਤਾਂ ਹੋਰ ਬਹੁਤ ਸਾਵਰਕਰ ਜੀ, ਜਿਸ ਸਾਵਰਕਰ ਨੇ ਮਾਫੀ ਮੰਗ ਲਈ ਸੀ ਅੰਗਰੇਜ਼ਾਂ ਤੋਂ, ਉਸ ਸਾਵਰਕਰ ਨੂੰ ਅੱਜ ਬੀਜੇਪੀ ਨਾਇਕ ਬਣਾ ਕੇ ਪੇਸ਼ ਕਰਦੀ ਹੈ ਜੀ। ਇਸੇ ਤਰ੍ਹਾਂ ਗੋਲਵਰਕਰ ਦੀ ਆਪਣੀ ਹੈਡਗੇਵਰ ਤੋਂ ਬਾਅਦ ਗੋਲਵਰਕਰ ਆਉਂਦੇ ਆ, ਹਨਾ ਜੀ। ਤਾਂ ਇਹਨਾਂ ਨੇ ਆਪਦੇ ਨਾਇਕ ਪੈਦਾ ਕੀਤੇ, ਕਾਂਗਰਸ ਆਪਦੇ ਨਾਇਕ ਪੈਦਾ ਕਰਦੀ ਰਹੀ। ਕਾਂਗਰਸ ਨੇ ਗਾਂਧੀ ਨੂੰ ਜਿਵੇਂ ਪੇਸ਼ ਕੀਤਾ, ਹੁਣ ਤੁਸੀਂ ਦੇਖੋ ਆਮ ਆਦਮੀ ਪਾਰਟੀ ਭਗਤ ਸਿੰਘ ਦਾ ਸਹਾਰਾ ਲੈ ਰਹੀ ਹੈ ਹੁਣ ਜੀ। ਭਗਤ ਸਿੰਘ ਨੂੰ ਵੱਡਾ ਕੀਤਾ ਜਾ ਰਿਹਾ ਕਿਸੇ ਵੇਲੇ। ਹਾਲਾਂਕਿ ਹੁਣ ਪ੍ਰਧਾਨ ਮੰਤਰੀ ਵੀ ਭਗਤ ਸਿੰਘ ਬਾਰੇ ਚੰਗਾ ਬੋਲੇ, ਪਰ ਭਗਤ ਸਿੰਘ ਦਾ ਬੁੱਤ ਤੱਕ ਪਾਰਲੀਮੈਂਟ 'ਚ ਲੱਗਣ ਤੇ ਵਿਰੋਧ ਹੋ ਗਏ ਸੀਗੇ ਕਿ ਬੁੱਤ ਲਾਉਣਾ ਕਿ ਨਹੀਂ ਲਾਉਣਾ, ਫਿਰ ਟੋਪੀ ਵਾਲਾ ਲਾਉਣਾ ਕਿ ਪੱਗ ਵਾਲਾ ਲਾਉਣਾ, ਇਹ ਆ ਗਿਆ ਸੀਗਾ। ਅੱਛਾ, ਇਹ ਜਿਹੜੇ ਇੰਡੀਵਿਜੂਅਲਿਜ਼ਮ ਦੀ ਰਾਜਨੀਤੀ ਨੇ ਸਾਡੀ ਐਜੂਕੇਸ਼ਨ ਸਿਸਟਮ ਨੂੰ ਵੀ ਪ੍ਰਭਾਵਿਤ ਕੀਤਾ ਜੀ। ਔਰ ਅਸੀਂ ਨਹਿਰੂ ਨੂੰ ਸੈਲੀਬ੍ਰੇਟ ਕਰਦੇ ਹਾਂ ਅੱਜ ਵੀ ਜੀ। ਚਾਚਾ ਨਹਿਰੂ ਜਿੰਦਾਬਾਦ ਲਾ ਕੇ ਸੀ ਤਾਂ ਉਹ ਪ੍ਰਾਈਮ ਮਿਨਿਸਟਰ ਜੀ। ਤਾਂ ਇਹ ਜੇ ਤੁਸੀਂ ਅੱਜ ਇਮੇਜਿਨ ਕਰੋ ਕਿ ਕੀ ਮੋਦੀ ਨੂੰ ਉਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਜਾਵੇ ਤਾਂ ਕੀ ਗਰਾਊਂਡ ਤੇ ਹਾਲਾਤ ਹੋਣਗੇ, ਵਿਰੋਧ ਹੋਊਗਾ। ਇਹ ਵੀ ਹੋ ਸਕਦਾ, ਬਿਲਕੁਲ ਹੋਏਗਾ ਜੀ। ਕਿ ਜੇ ਬੀਜੇਪੀ ਰੱਖਦੇ ਕਿ ਜੀ ਫਲਾਨੀ ਤਰੀਕ ਮੋਦੀ ਜੀ ਦਾ ਜਨਮ ਦਿਨ ਹੈ, ਉਸ ਦਿਨ ਜਿਵੇਂ ਕੋਈ ਚਿਲਡਰਨ ਡੇ ਹੈ ਤਾਂ ਉਸ ਦਿਨ ਮੋਦੀ ਦਿਵਸ ਹੈ, ਤੇ ਬੱਚੇ ਉਹ ਚਾਚਾ ਨਹਿਰੂ ਸੀ ਜੀ, ਇਹ ਤਾਇਆ ਮੋਦੀ ਹੈ ਜੀ, ਇਹ ਕਿੱਥੇ ਬਰਦਾਸ਼ਤ ਹੋਊਗਾ। ਉਵੇਂ ਹੀ ਕਾਂਗਰਸ ਨੇ ਇੰਨੇ ਸਾਲ ਤੱਕ ਸਾਨੂੰ ਚਾਚਾ ਨਹਿਰੂ ਦੇ ਨਾਂ ਤੇ ਜਿੰਨਾ ਨੁਕਸਾਨ ਨਹਿਰੂ ਨੇ ਕੀਤਾ, ਉਹ ਖਾਸ ਤੌਰ ਤੇ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਨਹਿਰੂ ਕਰਦਾ ਹੈ ਜੀ। ਨਹਿਰੂ ਪੰਜਾਬ ਦਾ ਉਹ ਨੁਕਸਾਨ ਕਰਕੇ ਗਿਆ ਜਿਹਦੀ ਭਰਪਾਈ ਹੁਣ ਤੱਕ ਜਿੰਨੇ ਇਸ਼ੂਜ਼ ਦੇ ਉੱਤੇ ਅਸੀਂ ਅੱਜ ਲੜ ਰਹੇ ਹਾਂ ਜੀ, ਉਹ ਸਾਨੂੰ ਸਾਰੇ ਨਹਿਰੂ ਦੀ ਦੇਣ ਨੇ। ਇਹ ਕਦੇ ਵੀ ਪੰਜਾਬ ਪ੍ਰਤੀ ਵਫਾਦਾਰ ਨਹੀਂ ਹੋਏ ਜੀ। ਸਿੱਖਾਂ ਨੂੰ ਤਾਂ ਇੱਥੋਂ ਤੱਕ ਕਿ ਸਰਦਾਰ ਕਪੂਰ ਸਿੰਘ ਸਾਖੀ ਕਿਤਾਬ ਤੁਸੀਂ ਪੜ੍ਹੋ ਤਾਂ ਉਹਦੇ 'ਚ ਇਹ ਲਿਖਦੇ ਆ ਕਿ ਇੱਕੋ ਇੱਕ ਦੋ ਹੀ IAS ਅਫਸਰ ਹੋਏ ਆਜ਼ਾਦੀ ਵੇਲੇ ਸਰਦਾਰ, ਇੱਕ ਗੁੜਗਾਉਂ ਦੇ ਸੀਗੇ, ਦੂਜੇ ਸਰਦਾਰ ਕਪੂਰ ਸਿੰਘ ਹਿਮਾਚਲ ਦੇ ਵਿੱਚ ਉਸ ਵੇਲੇ ਪੋਸਟਡ ਸੀਗੇ। ਤੇ ਵਿਉਂਤਬੱਧ ਤਰੀਕੇ ਨਾਲ ਨਹਿਰੂ ਚਾਹੁੰਦਾ ਸੀਗਾ ਕਿ ਕਪੂਰ ਸਿੰਘ ਨੂੰ ਕੱਢ ਦਿੱਤਾ ਜਾਵੇ ਜੌਬ ਤੋਂ, ਇੰਨਾ ਵੀ ਬਰਦਾਸ਼ਤ ਨਹੀਂ ਸੀ। ਔਰ ਉਹਨੇ ਗਵਰਨਰ ਨੂੰ ਕਿਹਾ ਕਿ ਜਿਹੜੇ ਸਿੱਖ ਉਧਰੋਂ ਆਏ ਸੀਗੇ, ਜਦੋਂ 47 ਦੀ ਵੰਡ ਵੇਲੇ ਸਿੱਖ ਉਧਰੋਂ ਆਉਂਦੇ ਆ ਉਜਾੜੇ ਵੇਲੇ ਜੀ, ਤੇ ਉਹਨਾਂ ਨੂੰ ਹਰੇਕ DC ਨੇ ਥਾਂ ਦੇਣਾ ਸੀਗਾ ਕੈਂਪ ਬਣਾ ਕੇ, ਜਿਵੇਂ ਮਲੋਟ ਕੈਂਪ ਹੈ ਉਹ ਕੈਂਪ ਹੀ ਬਣਿਆ ਨਾ। ਤੇ ਉਹਨੇ ਕਿਹਾ ਕਿ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਡਿਕਲੇਅਰ ਕੀਤਾ ਜਾਵੇ, ਤੇ ਬਕਾਇਦਾ ਤੌਰ ਤੇ ਗਵਰਨਰ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਡਿਕਲੇਅਰ ਕਰਦਾ। ਤਾਂ ਉਹ ਸਾਡਾ ਨਾਇਕ ਰਿਹਾ। ਆਪਾਂ ਗੱਲ ਤੋਂ ਭਟਕਦੇ ਨਹੀਂ, ਇਹ ਲੰਬੀ ਕਿਸੇ ਦਿਨ ਇਹਦੇ ਬਾਰੇ ਆਪਾਂ ਇੱਕ ਵੱਖਰਾ ਐਪੀਸੋਡ ਕਰਾਂਗੇ ਪੋਡਕਾਸਟ ਦੇ ਉੱਤੇ। ਸਾਚੀ ਸਾਖੀ ਕਿਤਾਬ ਤੇ ਵੀ ਐਪੀਸੋਡ ਬਣਦਾ, ਸਰਦਾਰ ਕਪੂਰ ਸਿੰਘ ਤੇ ਇੱਕ ਐਪੀਸੋਡ ਬਣਦਾ। ਪਰ ਮੈਂ ਇਹ ਕਹਿ ਰਿਹਾ ਕਿ ਉਹਨਾਂ ਨੇ ਉਹ ਨਾਇਕ ਬਣਾ ਕੇ ਪ੍ਰੈਜ਼ੈਂਟ ਕੀਤਾ, ਫਿਰ ਉਸ ਤੋਂ ਬਾਅਦ ਗਾਂਧੀ ਕਿੰਨੇ ਸਾਲ ਨਾਇਕ ਬਣ ਕੇ ਪ੍ਰੈਜ਼ੈਂਟ ਹੁੰਦਾ ਰਿਹਾ। ਹੁਣ ਇਹਨਾਂ ਨੇ ਆ ਕੇ ਸਾਵਰਕਰ ਤੇ ਗੋਲਵਰਕਰ ਤੇ ਹੈਡਗੇਵਰ ਨੂੰ ਨਾਇਕ ਬਣਾਤਾ ਜੀ। ਇਹ ਸਾਡੇ ਨਾਇਕ ਨਹੀਂ। ਟਰੂ ਨਾਇਕਾਂ ਨੂੰ ਨਾਇਕ ਬਣ ਕੇ ਪੜ੍ਹਨਾ ਸਾਨੂੰ। ਸਰਦਾਰ ਕਪੂਰ ਸਿੰਘ ਵਰਗੇ ਬੰਦੇ ਸਾਡੇ ਨਾਇਕ ਹੈ ਦਰਅਸਲ। ਔਰ ਪੰਜਾਬ ਆਪਦੇ ਨਾਇਕ ਆਪ ਤੈਅ ਕਰੇ, ਅਸੀਂ ਆਪਦੇ ਯੂਥ ਨੂੰ ਕੀ ਪੜ੍ਹਾਉਣਾ। ਕਰਨਾਟਕਾ ਵੀ ਤੈਅ ਕਰੇ, ਇੱਕ ਕਾਮਨ ਹਿਸਟਰੀ ਵੀ ਪੜ੍ਹਾਈ ਜਾਵੇ, ਇੱਕ ਖਿੱਤੇ ਦੀ ਹਿਸਟਰੀ ਬਹੁਤ ਲਾਜ਼ਮੀ। ਔਰ ਅਸੀਂ ਤਾਂ ਜਿਹੜੀ ਇੰਡੀਆ ਦੀ ਹਿਸਟਰੀ ਹੈ ਨਾ, ਜਿਹੜਾ ਤੁਸੀਂ ਇਹ ਲਾਓ ਵੀ 8ਵੀਂ ਸਦੀ ਤੋਂ ਖਾਸ ਤੌਰ ਤੇ ਸਪੈਸੀਫਿਕਲੀ 8ਵੀਂ ਸਦੀ ਤੋਂ ਲੈ ਕੇ ਹੁਣ ਤੱਕ
ਜੇ ਇੰਡੀਅਨ ਹਿਸਟਰੀ ਪੜ੍ਹਨੀ ਹੈ ਤਾਂ ਪੰਜਾਬ ਦਾ ਪੜ੍ਹਨਾ ਹੀ ਪਊਗਾ ਤੁਹਾਨੂੰ। ਬਿਲਕੁਲ, ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ ਆਜ਼ਾਦੀ 'ਚ। ਨਹੀਂ, ਉਹਦਾ ਰੀਜ਼ਨ ਹੈ, ਕੱਲੀ ਆਜ਼ਾਦੀ ਨਹੀਂ। ਮੈਂ 8ਵੀਂ ਸਦੀ ਤੋਂ ਹਿਸਟਰੀ ਦੀ ਗੱਲ ਕਰ ਰਿਹਾ ਜਗਪ੍ਰੀਤ। ਜਿਨ੍ਹਾਂ ਨੇ ਵੀ ਆ ਕੇ ਇਨਵੇਡ ਕੀਤਾ, ਜਿਨ੍ਹਾਂ ਨੇ ਹਮਲਾ ਕੀਤਾ, ਉਹ ਲੰਘ ਕੇ ਪੰਜਾਬ ਚੋਂ ਗਏ ਜੀ। ਬਾਬਰ ਆਇਆ ਤਾਂ ਇਹ ਪਾਣੀਪਤ ਦੀਆਂ 3 ਜੰਗਾਂ ਹੁੰਦੀਆਂ, ਤੁਸੀਂ ਦੇਖੋ, ਬੈਟਲ ਆਫ ਪਾਣੀਪਤ 1, ਬੈਟਲ ਆਫ ਪਾਣੀਪਤ 2, 3, ਸਾਰੀਆਂ ਜੰਗਾਂ ਇੱਥੋਂ ਦੀ। ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ ਆਪਾਂ ਜਿਹੜਾ ਪੜ੍ਹਦੇ ਹਾਂ, ਜਿੰਨੇ ਅਬਦਾਲੀ ਆਇਆ, ਕੋਈ ਵੀ ਆਇਆ, ਉਹ ਇੱਥੋਂ ਆਇਆ। ਤਾਂ ਇਸ ਕਰਕੇ ਪੰਜਾਬ ਨੂੰ ਤਾਂ ਜਦੋਂ ਜੇ ਕਰਨਾਟਕਾ ਨੇ ਵੀ ਪੜ੍ਹਨਾ ਤਾਂ ਉਹ ਪੰਜਾਬ ਪੜ੍ਹਨਾ ਪੈਂਦਾ ਉਹਨਾਂ ਨੂੰ, ਵੀ ਉਹ ਆਏ ਇੱਧਰੋਂ, ਫਿਰ ਕਿਵੇਂ ਲੜਾਈ ਹੁੰਦੀ ਹੈ, ਕਿਵੇਂ ਹੈ। ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਇੱਕ ਚੰਗਾ ਸਟੈਪ ਹੈ ਕਿ ਇਹਨੂੰ ਐ ਨਾ ਦੇਖਿਆ ਜਾਵੇ ਵੀ ਪੋਲੀਟੀਕਲ ਵੈਂਡੇਟਾ ਦੇ ਤੌਰ ਤੇ ਵੀ ਉਹਨਾਂ ਨੇ ਖਤਮ ਕਰਤਾ, ਇਹਨਾਂ ਨੇ ਖਤਮ ਕਰਤਾ। ਆਪਦੇ ਨਾਇਕ ਪੜਾਉਂਗੇ ਤਾਂ ਤੁਸੀਂ ਇੱਥੋਂ ਹੀਰੇ ਤੇ ਬਹਾਦਰ ਲੋਕ ਪੈਦਾ ਕਰੋਗੇ ਜੀ। ਜੇ ਤੁਸੀਂ ਐਂ ਹੀ ਕਿਸੇ ਨੂੰ ਚੱਕ ਕੇ ਨਾਇਕ ਬਣਾਤਾ ਤੇ ਫਿਰ ਇਸ ਮਿੱਟੀ ਨੇ ਹੀਰੇ ਤੇ ਨਾਇਕ ਉਪਜਣੇ ਬੰਦ ਕਰ ਦੇਣੇ ਆ, ਜੋ ਹਾਲਾਤ ਬਹੁਤੇ ਜੀ ਹੋ ਵੀ ਰਹੇ।